सतनाम वाहिगुरु साहिब जी। सतगुर नू सब को वेखदा जेता जगत संसार। डिठे मुक्त न होवई जिचर शब्द न करहै विचार। सतनाम वाहिगुरु साहिब जी। सबनी घटी शह बसै शह बिन घट न कोय। सबनी घटी शह बसै शह बिन घट न कोय। नानक ते सुहागणी जिन्ना गुरमुख प्रगट होए। नानक ते सुहागणी जिन्ना गुरमुख प्रगट होए। परम सन्मानियो सतगुरां दी साची निवाजी गुरु रूप गुरु प्यारी साध संगत जीओ। नेता प्रति आप जी सिख धर्म दे बानी गुरु नानक साहिब सच्चे पातशाह महाराज तिन्हां दे पवित्र मुखार बिल तो उच्चारण किए हुए पावन श्लोक, जो श्लोक वारां ते वधीक अंदर सुभाईमान ने, तिन्हां श्लोकां दी लड़ीवार विचार आप जी सरवण करते आ रहे हो। विचार अधीन 19 नंबर श्लोक जिसका मूल पाठ हुणे आप जी ने सरवण किया है। ये पावन श्लोक ही आज की विचार का केंद्र है। आओ मन बिरतियां नूं एकाग्र करदियां होइयां कलगीधर पिता धन गुरु गोबिंद सिंह महाराज जी वालों बख्शिश की हुई प्यार भरी असीस गुरु फतेह नाल सन पाओ। सारे आखो जी वाहिगुरु जी का खालसा वाहिगुरु जी की फतेह। कल के पिछले विचार अधीन श्लोक अंदर जिसकी विचार आपां करके आए सां, जिस दे अंदर गुरुदेव सच्चे पिता जी ने विचार साडे सामने रखी सी कि रब्बी मिलाप वास्ते ही भाई अपने शरीर नूं अपने इस तन नूं दुख देण दी लोड़ नहीं। वो प्रभु ते सारियां अंदर वस रहा है। हजूर आखदे ने कि उस मालिक नूं अपने अंदर खोजण दा यतन करिए, अपने अंदर उस मालिक के गुणां नूं प्रगट करन दा यतन करिए। वो प्रभु ते सारियां विच वस रहा है। विचार अधीन श्लोक अंदर पातशाह बख्शिश करदे ने कि सबनी घटी शहु वसै। शहु का अर्थ है प्रभु खसम, घटी का अर्थ है कि सारियां हिरदियां विच, सारियां हिरदियां विच वो मालिक वो खसम वस रहा है। सह बिन घट ना कोई, कोई भी ऐसा अंदर नहीं, हिरदा नहीं जिसके अंदर मालिक का वासा ना हो।
ਸਾਰਿਆਂ ਦੇ ਅੰਦਰ ਵਾਸਾ ਹੈ। ਇਹ ਗੁਰਮਤਿ ਦਾ ਬੜਾ ਸੁਨਹਿਰੀ ਉਪਦੇਸ਼ ਹੈ ਕਿ ਪ੍ਰਭੂ ਅਕਾਲ ਪੁਰਖ ਸਭ ਦੇ ਅੰਦਰ ਵਸ ਰਿਹਾ ਹੈ। ਭਾਵੇਂ ਜਿਸ ਨੂੰ ਅਸੀਂ ਨੀਵੀਂ ਜਾਤ ਵਾਲਾ ਕਹਿੰਦੇ ਹਾਂ, ਅਸੀਂ ਜਿਸ ਨੂੰ ਉੱਚੀ ਜਾਤ ਵਾਲਾ ਕਹਿੰਦੇ ਹਾਂ ਕਿ ਫਲਾਣੇ ਦੀ ਜਾਤ ਨੀਵੀਂ ਹੈ, ਫਲਾਣੇ ਦੀ ਉੱਚੀ ਹੈ, ਪਰ ਬਾਦਸ਼ਾਹ ਆਖਦੇ ਨੇ ਕਿ ਰੱਬ ਤੇ ਸਭ ਦੇ ਅੰਦਰ ਵਸ ਰਿਹਾ ਹੈ। ਇਹ ਭਾਈ, ਇਸ ਕਰਕੇ ਨਾ ਕੋਈ ਜਨਮ ਕਰਕੇ, ਨਾ ਕੋਈ ਜਾਤ ਕਰਕੇ ਛੋਟਾ ਹੈ, ਨੀਵਾਂ ਹੈ, ਨੀਚ ਹੈ, ਨਾ ਹੀ ਕੋਈ ਜਨਮ ਕਰਕੇ ਜਾਤ ਕਰਕੇ ਉੱਤਮ ਹੈ। ਊਚ ਨੀਚ ਮੈਂ ਦੋਤ ਸਮਾਣੀ, ਘਟ ਘਟ ਮਾਧੂ ਜੀਆ। ਸਾਰਿਆਂ ਦੇ ਅੰਦਰ ਵੀ ਵਸ ਰਿਹਾ ਹੈ। ਇਸ ਕਰਕੇ ਹਜ਼ੂਰ ਆਖਦੇ ਨੇ ਅਸੀਂ ਕਰਮਾਂ ਕਰਕੇ ਨੀਵੇਂ ਤੇ ਉੱਤਮ ਹੋ ਸਕਦੇ ਹਾਂ। ਨੀਵਾਂ ਕੌਣ ਹੈ? ਜਿਸ ਦੇ ਕਰਮ ਨੀਚ ਨੇ, ਮਾੜੇ ਨੇ। ਤੇ ਉੱਤਮ ਕੌਣ ਹੈ? ਜਿਸ ਦੇ ਕਰਮ ਸ੍ਰੇਸ਼ਟ ਨੇ, ਚੰਗੇ ਨੇ। ਕੋਈ ਜਨਮ ਕਰਕੇ, ਕੋਈ ਜਾਤ ਕਰਕੇ ਨੀਚ ਤੇ ਉੱਤਮ ਨਹੀਂ। ਮਨੁੱਖ ਆਪਣੇ ਕਰਮਾਂ ਕਰਕੇ ਨੀਵਾਂ ਤੇ ਉੱਤਮ ਹੁੰਦਾ ਹੈ। ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ। ਜਿਹੋ ਜਿਹੇ ਮਨੁੱਖ ਕਰਮ ਕਰਦਾ ਹੈ, ਉਹੋ ਜਿਹੀ ਮਨੁੱਖ ਦੀ ਜਾਤ ਬਣ ਜਾਂਦੀ ਹੈ। ਜੇ ਨੀਵੇਂ ਕਰਮ ਕਰ ਰਿਹਾ ਹੈ ਤੇ ਉਹ ਨੀਵੀਂ ਜਾਤ ਵਾਲਾ ਬਣ ਜਾਂਦਾ ਹੈ। ਜੇ ਕੋਈ ਉੱਤਮ ਕਰਮ ਕਰ ਰਿਹਾ ਹੈ, ਚੰਗੇ ਕਰਮ ਕਰ ਰਿਹਾ ਹੈ, ਤੇ ਉਹ ਸ੍ਰੇਸ਼ਟ ਜਾਤ ਵਾਲਾ, ਉੱਤਮ ਜਾਤ ਵਾਲਾ ਹੋ ਜਾਂਦਾ ਹੈ। ਹਜ਼ੂਰ ਆਖਦੇ ਨੇ, ਇਸ ਕਰਕੇ ਸਭਨੀ ਘਟੀ ਸ਼ਹੋ ਵਸੈ, ਸ਼ਹਿ ਬਿਨ ਘਟ ਨਾ ਕੋਏ। ਕੋਈ ਵੀ ਐਸਾ ਹਿਰਦਾ ਨਹੀਂ ਜਿਸ ਹਿਰਦੇ ਅੰਦਰ ਪ੍ਰਭੂ ਦਾ ਵਾਸਾ ਨਾ ਹੋਵੇ। ਸਾਰਿਆਂ ਘਟਾਂ ਵਿੱਚ ਉਹ ਪ੍ਰਭੂ ਵਸ ਰਿਹਾ ਹੈ। ਪਾਤਸ਼ਾਹ ਬਾਣੀ ਅੰਦਰ ਆਖਦੇ ਨੇ, ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਕਿ ਸੰਤ ਜਨਾਂ ਨੇ ਇਹ ਗੱਲ ਪੁਕਾਰ ਪੁਕਾਰ ਕੇ ਆਖੀਏ ਕਿ ਹਰੇਕ ਘਟ ਵਿੱਚ ਰੱਬ ਵਸ ਰਿਹਾ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ। ਸਾਰਿਆਂ ਅੰਦਰ ਹੀ ਉਸ ਦੀ ਜੋਤ ਹੈ। ਸਭ ਅੰਦਰ ਹੀ ਉਸ ਮਾਲਕ ਦਾ ਵਾਸਾ ਹੈ। ਪਰ ਬਾਦਸ਼ਾਹ ਆਖਦੇ ਨੇ, ਵਾਸਤੇ ਉਹ ਸਾਰਿਆਂ ਦੇ ਅੰਦਰ ਰਿਹਾ ਹੈ, ਪਰ ਉਸ ਵਾਸਤੇ ਹੋਏ ਦੀ ਸਮਝ ਕਿਵੇਂ ਪੈਂਦੀ ਹੈ? ਉਹ ਸਾਡੇ ਅੰਦਰ ਪ੍ਰਗਟ ਕਿਵੇਂ ਹੁੰਦਾ ਹੈ? ਸਾਰਿਆਂ ਅੰਦਰ ਹੀ ਉਹਦਾ ਵਾਸਾ ਹੈ, ਪਰ ਕਿਵੇਂ ਉਹ ਪ੍ਰਗਟ ਹੋਏ? ਕਿਵੇਂ ਅੰਦਰ ਵਸ ਰਹੇ ਪ੍ਰਭੂ ਦੇ ਨਾਲ ਸਾਡੀ ਸਾਂਝ ਬਣੇ? ਕਿਵੇਂ ਅਸੀਂ ਆਪਣੇ ਮੂਲ ਦੇ ਨਾਲ ਸਾਂਝ ਬਣਾਈਏ? ਤੇ ਹਜ਼ੂਰ ਆਖਦੇ ਨੇ ਕਿ ਜਿਨ੍ਹਾਂ ਦੀ ਸਾਂਝ ਮੂਲ ਦੇ ਨਾਲ ਪੈ ਜਾਂਦੀ ਹੈ, ਪ੍ਰਭੂ ਦੇ ਨਾਲ ਪੈ ਜਾਂਦੀ ਹੈ, ਅੰਦਰ ਵਸ ਰਹੇ ਰੱਬ ਦੇ ਨਾਲ ਪੈ ਜਾਂਦੀ ਹੈ, ਉਹ ਜੀਵ ਭਾਗਾਂ ਵਾਲੇ ਹੁੰਦੇ ਨੇ, ਬੜੇ ਚੰਗੇ ਹੁੰਦੇ ਨੇ। ਤੇ ਪਾਤਸ਼ਾਹ ਐਸੇ ਜੀਵਾਂ ਨੂੰ ਗੁਰਮੁਖ ਆਖਦੇ ਨੇ ਬਾਣੀ ਅੰਦਰ। ਐਸੀਆਂ ਜੀਵ ਇਸਤਰੀਆਂ ਨੂੰ ਪਾਤਸ਼ਾਹ ਸੁਹਾਗਣ ਆਖਦੇ ਨੇ। ਨਾਨਕ ਤੇ ਸੁਹਾਗਣੀ, हे ਨਾਨਕ, ਉਹ ਜੀਵ ਇਸਤਰੀ ਸੁਹਾਗਣ ਹੈ। ਪਰ ਕਦੋਂ ਸੁਹਾਗਣ ਬਣਿਆ ਜਾਂਦਾ ਹੈ? ਜਿਨ੍ਹਾਂ ਗੁਰਮੁਖ ਪ੍ਰਗਟ ਹੋਏ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਪਰਮੇਸ਼ਵਰ ਨੂੰ, ਜਿਹੜਾ ਪਹਿਲਾਂ ਹੀ ਅੰਦਰ ਵਸ ਰਿਹਾ ਸੀ, ਉਸ ਨੂੰ ਆਪਣੇ ਅੰਦਰ ਪ੍ਰਗਟ ਕਰ ਲਿਆ ਹੈ, ਪ੍ਰਤੱਖ ਕਰ ਲਿਆ ਹੈ। ਹਜ਼ੂਰ ਆਖਦੇ ਨੇ, ਉਹ ਜੀਵ ਇਸਤਰੀ ਸੁਹਾਗਣ ਹੈ, ਭਾਗਾਂ ਵਾਲੀ ਹੈ। ਹੁਣ ਇੱਥੇ ਪਾਤਸ਼ਾਹ ਇੱਕ ਬੜਾ ਕੀਮਤੀ ਗੁਰਮਤਿ ਦਾ ਸੁਨਹਿਰੀ ਉਪਦੇਸ਼ ਨੁਕਤਾ ਸਾਡੇ ਸਾਹਮਣੇ ਰੱਖ ਰਹੇ ਨੇ ਕਿ ਹਰੇਕ ਮਨੁੱਖ ਦੀ ਇੱਛਾ ਹੈ ਆਪਣੇ ਮੂਲ ਦੇ ਨਾਲ ਜੁੜਨ ਦੀ, ਪਰ ਪਾਤਸ਼ਾਹ ਆਖਦੇ ਨੇ ਕਿ ਜੁੜਨ ਦਾ ਵਸੀਲਾ ਕੀ ਹੈ?
ਉਸ ਪਾਰ ਬ੍ਰਹਮ ਨੂੰ ਆਪਣੇ ਅੰਦਰ ਪ੍ਰਗਟ ਕਰਨ ਦਾ ਤਰੀਕਾ ਕੀ ਹੈ? ਉਹ ਕਿਵੇਂ ਸਾਡੇ ਅੰਦਰ ਪ੍ਰਗਟ ਹੋਏਗਾ? ਤੇ ਸਤਿਗੁਰਾਂ ਨੇ ਇੱਥੇ ਸ਼ਬਦ ਵਰਤਿਆ ਹੈ, ਗੁਰਮੁਖ ਪ੍ਰਗਟ ਹੋਏ। ਵੈਸੇ ਗੁਰਬਾਣੀ ਦੇ ਅੰਦਰ ਗੁਰਮੁਖ ਉਸ ਮਨੁੱਖ ਨੂੰ ਨਹੀਂ ਆਖਿਆ ਗਿਆ ਹੈ ਜਿਸ ਦਾ ਮੁਖ ਗੁਰੂ ਦੇ ਵੱਲ ਹੈ, ਪਰ ਇੱਥੇ ਜੋ ਗੁਰਮੁਖ ਸ਼ਬਦ ਆਇਆ ਹੈ ਉਹ ਗੁਰੂ ਵਾਸਤੇ ਆਇਆ ਹੈ ਕਿ ਗੁਰੂ ਦੇ ਰਾਹੀਂ ਪਰਮੇਸ਼ਰ ਸਾਡੇ ਅੰਦਰ ਪ੍ਰਗਟ ਹੁੰਦਾ ਹੈ। ਜਿਹੜਾ ਵਸ ਰਿਹਾ ਹੈ ਉਹ ਪ੍ਰਤੱਖ ਹੋ ਜਾਏਗਾ, ਪ੍ਰਗਟ ਹੋ ਜਾਏਗਾ। ਤੇ ਹਜ਼ੂਰ ਆਖਦੇ ਨੇ ਕਿ ਗੁਰੂ ਤੋਂ ਬਿਨਾ ਹੋਰ ਜਿਤਨੇ ਅਸੀਂ ਮਰਜ਼ੀ ਯਤਨ ਕਰੀਏ, ਸਤਿਗੁਰ ਨੂੰ ਤਿਆਗ ਕੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ, ਮਾਲਕ ਅੰਦਰ ਅਭੇਦ ਹੋਣ ਵਾਸਤੇ, ਉਸ ਪ੍ਰਭੂ ਨੂੰ ਆਪਣੇ ਅੰਦਰ ਪ੍ਰਗਟ ਕਰਨ ਵਾਸਤੇ ਬੜੇ ਯਤਨ ਕਰੀਏ। ਜਿਵੇਂ ਕੱਲ ਦਾ ਸ਼ਬਦ ਵੀ ਸੀ, ਬਾਦਸ਼ਾਹ ਆਖਦੇ ਨੇ ਕਿ ਲੋਕ ਸ਼ਰੀਰਾਂ ਨੂੰ ਤਪਾ ਰਹੇ ਨੇ, ਰੱਬੀ ਮਿਲਾਪ ਵਾਸਤੇ ਪਤਾ ਨਹੀਂ ਕਿੰਨੇ ਕੁ ਕਰਮਕਾਂਡ ਕੀਤੇ ਜਾ ਰਹੇ ਨੇ ਕਿ ਆਪਣੇ ਮੂਲ ਦੇ ਨਾਲ ਜੁੜ ਸਕੀ, ਰੱਬ ਦੀ ਪ੍ਰਾਪਤੀ ਹੋ ਸਕੇ ਸਾਨੂੰ। ਪਰ ਪਾਤਸ਼ਾਹ ਇੱਥੇ ਆਖਦੇ ਨੇ ਭਾਈ ਇੱਕ ਵਸੀਲਾ ਹੈ, ਇੱਕੋ ਤਰੀਕਾ ਹੈ, ਉਹ ਹੈ ਗੁਰੂ। ਗੁਰੂ ਦੇ ਰਾਹੀਂ ਪਰਮੇਸ਼ਰ ਨੇ ਸਾਡੇ ਅੰਦਰ ਪ੍ਰਗਟ ਹੋਣਾ ਹੈ, ਉਸ ਮਾਲਕ ਦੀ ਸਾਨੂੰ ਸਮਝ ਪੈਣੀ ਹੈ। ਆਸਾ ਕੀ ਵਾਰ ਅੰਦਰ ਆਖਦੇ ਨੇ ਹਜ਼ੂਰ ਕਿ ਸਤਿਗੁਰ ਤੋਂ ਬਿਨਾ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਪ ਸੁਨਾਇਆ। ਕਿਉਂਕਿ ਸਤਿਗੁਰੂ ਅੰਦਰ ਪਰਮੇਸ਼ਰ ਵਸਦਾ ਹੈ। ਗੁਰੂ ਉਸ ਪਰਮੇਸ਼ਰ ਦਾ ਨਿਜ ਸਰੂਪ ਹੈ। ਤੇ ਗੁਰੂ ਨਾਨਕ ਸਾਹਿਬ ਆਖਦੇ ਨੇ ਕਿ ਭਾਈ ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਪ ਸੁਨਾਇਆ। ਸਤਿਗੁਰ ਤੋਂ ਬਿਨਾ ਪ੍ਰਭੂ ਦੀ ਪ੍ਰਾਪਤੀ ਨਹੀਂ ਹੋਣੀ। ਉਸ ਮਾਲਕ ਨੇ ਸਾਡੇ ਅੰਦਰ ਪ੍ਰਗਟ ਨਹੀਂ ਹੋਣਾ, ਵਸ ਉਹ ਸਾਡੇ ਨਾਲ ਹੀ ਗਿਆ ਹੈ, ਪਰ ਸਾਨੂੰ ਸਮਝ ਨਹੀਂ ਕਿਉਂਕਿ ਅੰਦਰ ਹਨੇਰਾ ਹੈ। ਜਿਵੇਂ ਘਰ ਵਿੱਚ ਹੀ ਹਨੇਰਾ ਹੋਵੇ ਤੇ ਜਿਸ ਵਸਤੂ ਦੀ ਸਾਨੂੰ ਤਲਾਸ਼ ਹੋਵੇ ਉਹ ਪਈ ਘਰ ਹੋਵੇ, ਪਰ ਘਰ ਹਨੇਰਾ ਹੈ, ਹਨੇਰੇ ਅੰਦਰ ਵਸਤੂ ਸਾਨੂੰ ਦਿਸੇਗੀ ਨਹੀਂ। ਪਰ ਜਦੋਂ ਅਸੀਂ ਘਰ ਅੰਦਰ ਚਾਨਣ ਕਰ ਦਿਆਂਗੇ ਉਹ ਵਸਤੂ ਪਈ ਹੋਈ ਨਜ਼ਰ ਆ ਜਾਏਗੀ। ਹੁਣ ਪਰਮੇਸ਼ਰ ਅੰਦਰ ਹੈ ਤੇ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਸਾਡੇ ਅੰਦਰ ਹੰਕਾਰ ਦਾ ਕੁੱਪ ਹਨੇਰਾ ਹੈ। ਇਸ ਕਾਰਨ ਉਸ ਪ੍ਰਭੂ ਦੀ ਜੋਤ, ਉਸ ਮਾਲਕ ਦੀ ਸਤਾ ਸਾਨੂੰ ਨਜ਼ਰ ਨਹੀਂ ਆ ਰਹੀ, ਉਸ ਦਾ ਪਤਾ ਨਹੀਂ ਲੱਗ ਰਿਹਾ, ਉਸ ਦੀ ਸਮਝ ਨਹੀਂ ਲੱਗ ਰਹੀ ਕਿ ਰੱਬ ਤੇ ਮੇਰੇ ਅੰਦਰ ਵਸ ਰਿਹਾ ਹੈ। ਸਾਜਨੜਾ ਹਰ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ। ਉਹ ਮੇਰਾ ਸੱਜਣ, ਉਹ ਤੇ ਮੇਰੇ ਨੇੜੇ ਵਸ ਰਿਹਾ ਹੈ। ਜਾਨੀ ਅੜਾ ਹਰ ਜਾਨੀ ਅੜਾ, ਨੈਣ ਅਲੋਇੜਾ ਹਰ ਜਾਨੀ ਅੜਾ। ਉਹ ਜਾਣ ਤੋਂ ਪਿਆਰਾ, ਜਿੰਦ ਤੋਂ ਪਿਆਰਾ ਸੱਜਣ ਉਹ ਤੇ ਨਾਲ ਵਸ ਰਿਹਾ ਹੈ। ਨੈਣ ਅਲੋਇਆ ਘਟ ਘਟ ਸੋਇਆ, ਅਤ ਅੰਮ੍ਰਿਤ ਪ੍ਰੈ ਗੂੜਾ। ਉਹ ਤੇ ਨਾਲ ਵਸ ਰਿਹਾ ਹੈ ਜੋ ਅੰਮ੍ਰਿਤ ਤੋਂ ਵੀ ਮਿੱਠਾ ਹੈ। ਪਰ ਹਜ਼ੂਰ ਆਖਦੇ ਨੇ ਕਿ ਜਿਹੜਾ ਸੱਜਣ ਨੇੜੇ ਵਸ ਰਿਹਾ ਹੈ, ਨਾਲ ਵਸ ਰਿਹਾ ਹੈ, ਸਭਨਾ ਕਾਸ਼ ਏਕ ਹੈ, ਸਦ ਹੀ ਰਹਿ ਹਜ਼ੂਰ। ਜੋ ਰੱਬ ਸਾਰਿਆਂ ਦਾ ਇੱਕੋ ਹੀ ਹੈ ਤੇ ਉਹ ਸਭ ਦੇ ਨਾਲ ਵਸ ਰਿਹਾ ਹੈ, ਪਰ ਉਸ ਦੀ ਸਮਝ ਕਿਉਂ ਨਹੀਂ ਆ ਰਹੀ? ਨਾਲ ਹੋ ਬੰਦਾ ਲਹਿ ਨਾ ਸਕੰਦਾ, ਸਵਾਉ ਨਾ ਜਾਣੇ ਮੂੜਾ। ਜਿਹੜਾ ਨਾਲ ਵਸ ਰਿਹਾ ਹੈ ਪਰ ਉਸ ਦੀ ਸਮਝ ਕਿਉਂ ਨਹੀਂ ਲੱਗ ਰਹੀ? ਹੁਣ ਬਾਦਸ਼ਾਹ ਇੱਥੇ ਕਾਰਨ ਦੱਸ ਰਹੇ ਨੇ ਜੋ ਸਾਡੀ ਕਮਜ਼ੋਰੀ ਹੈ।
जिस कारण उस मालिक की सता की सानू समझ नहीं, जिस कारण असी मिलाप का आनंद नहीं मान सकते, वो कारण की है? माया मद माता होची बाता, मिलन ना जाए भरम तड़ा। क्योंकि मन माया के नशे विच है, मन भरमा विच है, मन भटकना विच है। पातशाह आखदे ने ये कारण है। साडी भटकना सानू रब तो दूर लिजा रही है। साडी अज्ञानता, साडा हंकार सानू परमेश्वर तो दूर लैके जा रहा है। धन पिर का एक ही संगवासा, विच हौमै भीत करारी। वासा ते उहदा जिंद दे नाल है, पर अंदर हंकार है, हंकार की कंध है, हंकार दा अंदर पड़ता है। नाल हो बंदा लह ना संदा, सुभाव ना जाने मूढ़ा। हुण इत्थे पातशाह आखदे ने, कहो नानक गुर बिन नाही सुझै, हर साजन सब कै निकट खड़ा। पातशाह आखदे ने, जिहड़ा सज्जन सारियां दे नेड़े वस रहा है, जिहड़ा सज्जन सब दे अंदर वस रहा है, कहो नानक गुर बिन नाही सुझै। हे भाई, गुरु तो बिना उस परमेश्वर की, वैगुरु की सानू समझ नहीं लगनी। पर जिहड़े गुरु नूं समझदे ने, गुरु तो भाव उपदेश, ज्ञान, सिक्ख्या, पर जिहड़े समझ लैंदे ने, अपने अंदरों हंकार, अज्ञानता, भटकना पासे कर देंदे ने, अपने अंदर ज्ञान का दीपक जला लेंदे ने, ते उन्हां लई मालिक प्रतख हो जाता है। वो जीव फिर अपने मूल के नाल सांझ बना लेंदे ने, जिसनूं गुरु अमरदास साहब जी आख रहे ने कि मन तू जोत स्वरूप है, अपना मूल पछान। हे मन, तू रब दी अंश है, तू ओदा रूप है, तू अपने मूल की पहचान कर। पर किवें पहचान होएगी कि समझण दा यतन करना। मन हर जी तेरे नाल है, वो हरि तेरे नाल है, जिसनूं पातशाह आखदे ने, सबनी घटी शह वसे, शह बिन घट ना कोए। ते हजूर आखदे ने गुरु अमरदास महाराज जी, मन हर जी तेरे नाल है, वो तेरे नाल है, पर इत्थे आखदे ने गुरु मती रंग मान। तू गुरु की मत लै, समझ लै, ते ताहियों तू उस प्रभु के मिलाप का आनंद मान सकना है। ताहियों तू मालिक दे मिलाप का तेनों आनंद आ सकता है, आनंद प्राप्त कर सकना है। पर कदों? जदों गुरु की मत धारण करेगा। कहने तो भाव जो इत्थे पातशाह उपदेश दे रहे ने मिलन का, पातशाह आखदे ने कि गुरु विचोला है, जिस राही उस मालिक अंदर असी अभेद हो सकते हैं, मालिक के नाल असी जुड़ सकते हैं। नहीं तो गुरु तो बिना होर कोई दूसरा वसीला नहीं हैगा। पातशाह गुरु नूं बाणी अंदर विचोला आख रहे हैं। बसीठ शब्द पातशाह जी ने वरत्या है, जैसा सतगुर सुनीदा तैसो ही मैं डीठ, विछड़िया मेले प्रभु हर दरगह का बसीठ। असी विछड़े हुए ना, ते गुरु एक वसीला है, ज्ञान, जो सानू मालिक के अंदर अभेद करता है, प्रभु के नाल जोड़ता है। पर किवें जोड़ता है? जैसा सतगुर सुनींदा तैसो ही मैं डीठ, विछड़िया मेले प्रभु। असी विछड़िया नूं प्रभु के नाल सतगुर जी मेलदे ने। हर दरगह का बसीठ, अगे आखदे ने हर नामो मंत्र दिरड़ाएगा। सतगुर जी
ਸਾਡੇ ਅੰਦਰ ਉਪਦੇਸ਼ ਸਿੱਖਿਆ ਦ੍ਰਿੜ ਕਰਦੇ ਨੇ। ਹਰ ਨਾਮੋ ਮੰਤਰ ਦ੍ਰਿੜਾਇੰਦਾ। ਮੰਤਰ ਦਾ ਅਰਥ ਹੈ ਉਪਦੇਸ਼, ਰੱਬੀ ਉਪਦੇਸ਼ ਸਿੱਖਿਆ। ਮਿਲਣ ਦੀ ਜਿਹੜੀ ਸਿੱਖਿਆ ਉਹ ਸਾਡੇ ਅੰਦਰ ਦ੍ਰਿੜ ਕਰਦੇ ਨੇ। ਜਿਹੜੀ ਸਿੱਖਿਆ ਸਾਡੇ ਅੰਦਰੋਂ ਹੰਕਾਰ ਨੂੰ ਖਤਮ ਕਰਦੀ ਹੈ, ਜਿਹੜੀ ਸਿੱਖਿਆ ਸਾਡੇ ਅੰਦਰੋਂ ਅਗਿਆਨਤਾ ਨੂੰ ਖਤਮ ਕਰਦੀ ਹੈ, ਉਹ ਸਤਿਗੁਰੂ ਜੀ ਸਾਡੇ ਅੰਦਰ ਦ੍ਰਿੜ ਕਰਦੇ ਨੇ, ਪਰਪੱਕ ਕਰਦੇ ਨੇ। ਕੱਟੇ ਹਉਮੈ ਰੋਗ, ਸਾਡੇ ਅੰਦਰੋਂ ਹੰਕਾਰ ਦੇ ਰੋਗ ਕੱਟ ਦਿੰਦੇ ਨੇ, ਕਿਉਂਕਿ ਗੁਰੂ ਜੀ ਵਿਚੋਲੇ ਨੇ ਤੇ ਸਮਝਾਉਂਦੇ ਨੇ ਕਿ ਭਾਈ ਜੇ ਰੱਬ ਨਾਲ ਮਿਲਣਾ ਹੈ ਨਾ, ਇਹ ਰਿਸ਼ਤੇ ਦੀ ਬਣ ਤਾਂ ਹੀ ਆਏਗੀ ਜਦੋਂ ਤੂੰ ਆਪਣੇ ਅੰਦਰੋਂ ਹੰਕਾਰ ਨੂੰ ਤਿਆਗੇਗਾ, ਤਾਂ ਹੀ ਪਰਮੇਸ਼ਰ ਨਾਲ ਤੇਰੀ ਬਣ ਆਵੇਗੀ। ਨਹੀਂ ਤੇ ਮਾਲਕ ਨੂੰ ਹੰਕਾਰ ਪਾਉਂਦਾ ਨਹੀਂ, ਪਰ ਤੂੰ ਹੰਕਾਰ ਪਾਲ ਕੇ ਬੈਠਾ ਹੈ, ਤੇਰੀ ਬਣ ਨਹੀਂ ਆ ਸਕਦੀ, ਤੂੰ ਜੁੜ ਨਹੀਂ ਸਕਦਾ। ਹਰ ਜੀਉ ਹੰਕਾਰ ਨਾ ਪਾਵੇ। ਤੈਨੂੰ ਉਸਤ ਨਿੰਦਿਆ ਦਾ ਤਿਆਗ ਕਰਨਾ ਪਵੇਗਾ, ਤਾਂ ਤੇਰੀ ਬਣ ਉਸ ਪ੍ਰਭੂ ਨਾਲ ਆ ਸਕਦੀ ਹੈ। ਇਹ ਸਤਿਗੁਰੂ ਜੀ ਸਮਝਾਉਂਦੇ ਨੇ, ਇਹ ਸਿੱਖਿਆ ਦਿੰਦੇ ਨੇ। ਜਿਸ ਤਰ੍ਹਾਂ ਕੋਈ ਸਮਾਜ ਅੰਦਰ ਵਿਚੋਲਾ ਕੋਈ ਰਿਸ਼ਤਾ ਕਰਾਉਂਦਾ ਹੈ ਤੇ ਵਿਚੋਲਾ ਉਹ ਰਿਸ਼ਤਾ ਕਰਾਉਂਦਾ ਹੈ ਕਿ ਜੋ ਇਹ ਦੇਖਦਾ ਹੈ ਕਿ ਦੋਨੇ ਪਰਿਵਾਰ ਇੱਕੋ ਜਿਹੇ ਨੇ, ਇਹਨਾਂ ਦੀ ਆਪਸ ਵਿੱਚ ਨਿਭ ਜਾਏਗੀ, ਬਣ ਆ ਜਾਏਗੀ। ਸਿਆਣਾ ਵਿਚੋਲਾ ਉਹਨਾਂ ਹੀ ਦੋ ਪਰਿਵਾਰਾਂ ਦਾ ਮੇਲ ਕਰਾਉਂਦਾ ਹੈ ਜੋ ਉਸਨੂੰ ਲੱਗਦੇ ਹੋਣ ਕਿ ਇਹ ਦੋਨੇ ਇੱਕੋ ਜਿਹੇ ਨੇ, ਇਹਨਾਂ ਦੀ ਬਣ ਆ ਜਾਏਗੀ। ਪਰ ਇਸੇ ਤਰ੍ਹਾਂ ਬਾਦਸ਼ਾਹ ਸਮਝਾਉਂਦੇ ਨੇ ਕਿ ਜੇ ਰੱਬ ਨਾਲ ਰਿਸ਼ਤਾ ਜੋੜਨਾ ਹੈ ਤੇ ਉਹਦੇ ਵਾਸਤੇ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ, ਹੱਬ ਕਿਛ ਤਿਆਗੀ, ਹੱਬੇ ਸਾਖ ਉਡਾਵੇ ਡਿਠੇ ਤੋ ਪੱਲੇ ਟੈਂਡੇ ਲੱਗੀ। ਉਹਦੇ ਵਾਸਤੇ ਜੇ ਰੱਬ ਦੇ ਪੱਲੇ ਨਾਲ ਜੁੜਨਾ ਹੈ ਤੇ ਆਪਣੇ ਅੰਦਰੋਂ ਝੂਠੀ ਨਿੰਦਿਆ ਉਸਤਤ ਨੂੰ ਤਿਆਗਣਾ ਪਵੇਗਾ, ਵਿਕਾਰਾਂ ਦਾ ਤਿਆਗ ਕਰਨਾ ਪਵੇਗਾ। ਹਰ ਨਾਮੋ ਮੰਤਰ ਦ੍ਰਿੜਾਇੰਦਾ, ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਜਿਨ੍ਹਾਂ ਦੇ ਅੰਦਰ ਧੁਰ ਮਿਲਣ ਦੀ ਇੱਛਾ ਹੈ, ਰੱਬ ਨਾਲ ਮਿਲਣ ਦੀ ਤਮੰਨਾ ਹੈ, ਅੰਦਰ ਮਿਲਣ ਦਾ ਚਾਹ ਹੈ, ਤੇ ਸਤਿਗੁਰੂ ਜੀ ਕਿਰਪਾ ਕਰਕੇ ਉਹਨਾਂ ਜੀਵਾਂ ਨੂੰ ਪਰਮੇਸ਼ਰ ਦੇ ਨਾਲ ਮਿਲਾਉਂਦੇ ਨੇ ਜਿਨ੍ਹਾਂ ਦੇ ਅੰਦਰ ਮਿਲਣ ਦਾ ਚਾਹ ਹੈ। ਨਹੀਂ ਤੇ ਜੇ ਮਿਲਣ ਦੀ ਕੋਈ ਤਾਂਘ ਹੀ ਨਹੀਂ, ਅੰਦਰ ਮਿਲਣ ਦੀ ਕੋਈ ਤਮੰਨਾ ਹੀ ਨਹੀਂ, ਫਿਰ ਬਾਬਾ ਕਬੀਰ ਸਾਹਿਬ ਆਖਦੇ ਨੇ, ਕਬੀਰ ਸਾਚਾ ਸਤਿਗੁਰੂ ਕਿਆ ਕਰੇ, ਜਿਉ ਸਿੱਖਾ ਮੈਂ ਚੂਕ, ਸੱਚੇ ਸਤਿਗੁਰ ਦਾ ਕੀ ਕਸੂਰ ਹੈ। ਜੇ ਕਮੀ ਸਾਡੇ ਅੰਦਰ ਹੈ, ਜੇ ਐਬ ਸਾਡੇ ਅੰਦਰ ਨੇ, ਅਵਗੁਣ ਸਾਡੇ ਅੰਦਰ ਨੇ, ਕਮੀਆਂ ਸਾਡੇ ਅੰਦਰ ਨੇ, ਬੁਰਾਈਆਂ ਸਾਡੇ ਅੰਦਰ ਨੇ, ਫਿਰ ਅਸੀਂ ਦੋਸ਼ ਗੁਰੂ ਨੂੰ ਦਿੰਦੇ ਹਾਂ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ में ਚੂਕ, ਅੰਧੇ ਏਕ ਨਾ ਲੱਗੀ, ਜੋ ਬਾਂਸ ਵਜਾਈਏ ਫੂਕ। ਜਿਹੜੇ ਹੰਕਾਰ ਵਿੱਚ ਅੰਨੇ ਹੁੰਦੇ ਨੇ, ਜਿਤਨੀ ਮਰਜ਼ੀ ਉਹਨਾਂ ਨੂੰ ਉਪਦੇਸ਼ ਦਿੱਤੇ ਜਾਣ, ਜਿਤਨੀ ਮਰਜ਼ੀ ਉਹਨਾਂ ਨੂੰ ਸਿੱਖਿਆ ਦਿੱਤੀ ਜਾਏ, ਪਰ ਬਾਬਾ ਕਬੀਰ ਸਾਹਿਬ ਆਖਦੇ ਨੇ ਗੱਲ ਐਸੀ ਹੈ ਕਿ ਜਿਵੇਂ ਬਾਂਸ ਦੇ ਅੰਦਰ ਫੂਕਾ ਮਾਰੀ ਜਾਏ, ਇੱਕ ਪਾਸਿਓਂ ਫੂਕ ਮਾਰੋਗੇ ਦੂਸਰੇ ਪਾਸਿਓਂ ਫੂਕ ਨਿਕਲਦੀ ਜਾਏਗੀ। ਇਸੇ ਤਰ੍ਹਾਂ ਹੰਕਾਰ ਵਿੱਚ ਜਿਹੜੇ ਇਨਸਾਨ ਮਸਤ ਹੁੰਦੇ ਨੇ, ਉਹ ਇੱਕ ਕੰਨ ਤੋਂ ਸੁਣਨਗੇ, ਦੂਸਰੇ ਕੰਨ ਤੋਂ ਕੱਢ ਦੇਣਗੇ। ਗੁਰੂ ਉਹਨਾਂ ਨੂੰ ਮਿਲਾਉਂਦਾ ਹੈ, ਸਤਿਗੁਰ ਜੀ ਉਹਨਾਂ ਨੂੰ ਮਾਲਕ ਅੰਦਰ ਅਭੇਦ ਕਰ ਦਿੰਦੇ ਨੇ, ਜੋੜ ਦਿੰਦੇ ਨੇ, ਉਹਨਾਂ ਅੰਦਰ ਮਾਲਕ ਦੇ ਗੁਣ ਪ੍ਰਗਟ ਕਰ ਦਿੰਦੇ ਨੇ। ਪਰ ਜਿਨ੍ਹਾਂ ਦੇ ਅੰਦਰ ਮਿਲਣ ਦੀ ਇੱਛਾ ਹੈ, ਜੋ ਗੁਰੂ ਵਾਲੇ ਪਾਸੇ ਇੱਕ ਕਦਮ ਪੁੱਟਦੇ ਨੇ, ਚਾਰੇ ਨੇ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ,
सतगुर कोट पैंडा आगे हुए लेत है। फिर सतगुरु जी आप कृपा करके उस मालिक अंदर अभेद कर देंगे ने, रब नूं अंदर प्रतख कर देंगे ने, प्रगट कर देंगे ने। रब दे प्रतख होने तो भाव की है, प्रगट होने तो भाव की है कि परमेश्वर गुण स्वरूप है, गुण निधान है, तो गुणा का खजाना है। रब प्रगट होने तो भाव कि साडे अंदर रबी गुण प्रगट होने ही इसनूं आखदे ने कि रब प्रगट होना। पर किवें होणगे? जो पातशाह जी के श्लोक अंदर ये उपदेश सानूं दृढ़ करा रहे हैं कि भाई गुरु दे राही ही साडे अंदर रब प्रगट हुंदा है, प्रतख हुंदा है। ये बड़ा कीमती नुकता है, जिस नुकते नूं समझ लईए ते साडी जिंदगी दे सारे कर्मकांड खत्म हो जाएंगे। जो रबी मिलाप वास्ते अपने मूल दे नाल जुड़न वास्ते असीं पता नहीं किन्ने कु अडंबर कर रहे हैं, कई तरीके वरत रहे हैं, पर जे एक तरीके की समझ आ जाए कि गुरु उपदेश राही ही अपने मूल दे नाल सांझ पैंदी है, मूल की समझ आती है। जे इस तरीके नूं अपना लईए, समझ लईए, रोज असी जब बाणी अंदरे बसन पढ़ने हाँ, मत विच रतन जवाहर माणिक जे एक गुर की सिख सुनी। गुरु की सिक्ख्या जो सुनांगे ते साडे अंदरों रब जी के गुण, ज्ञान, वैराग, सहज ये कीमती गुण प्रगट होने शुरू हो जाएंगे, प्रताप होने शुरू हो जाएंगे। ते ये गुण सारियां दे अंदर ने, सब दे अंदर। एक कोई भी ऐसा शरीर नहीं जिदे अंदर गुण नहीं हैगे, जिदे अंदर रब नहीं हैगा, सारियां दे अंदर है। सबनी घटी शव वसै, सारियां दे अंदर उदा वासा है। पर फिर गल मुड़ के उत्थे हुंदी कि गुरु तो बिना समझ नहीं पैंदी, अवगुणी भरपूर है। जे साडा अंदर अवगुणा दे नाल भरिया होया है ते बादशाह आखदे ने गुण भी वसै नाल, ही भाई गुण भी अंदर ही वस रहे हैं। जे तेरे अंदर विकार नहीं, तेरे अंदर ऐब नहीं, तेरे अंदर गुण भी नहीं। बिन सतगुरु गुण ना जापणी, पर गुरु तो बिना उन्हां गुणां दा पता नहीं लगता। साडे अंदर दे जिहड़े गुण ने ना, रबी गुण, साडे अंदर जो रब है, गुरु तो बिना उसकी समझ नहीं पैंदी। बिन सतगुरु गुण ना जापणी, जिचर शब्द ना करे विचार। जिन्ना चिर असीं शब्द नूं विचारांगे ना, शब्द नूं समझांगे ना, उन्ना चिर जिहड़े साडे अंदर वस रहे गुण ने उन्हां दी समझ नहीं पाएगी। पर जिदन शब्द नूं समझांगे, विचारांगे, अपनावांगे, उदन साडे अंदरों गुण प्रगट हो जाणगे, अवगुण साडे अंदरों खत्म हो जाणगे। जिवें कोई शब्द सज्जन ने सुनिया ते उहदे अंदरों ठगपुणा खत्म हो गया। जिहड़ा ठग सी पहला, वो शब्द सुन के सज्जन बन गया। शब्द सुनिया, अंदरों वो गुण प्रगट हो गया, प्रताप हो गया। पर जे शब्द ना सुनता तो हो सकता है उसकी सारी जिंदगी पापां भरे कर्मां विच निकल जाती, अपराध विच निकल जाती, पर उसनूं समझ ही ना लगती कि मेरे अंदर भी गुण वस रहे। पर गुरु पातशाह जी ने उसके गुणा को सोची करा के कि भाई तेरे अंदर भी रब है, तेरे अंदर भी गुण वस रहे हैं, तू भी बदल सकना है, तू भी तब्दील हो सकना है। पर उसने
गुरु पातशाह जी की सिक्ख्या सुनी, उपदेश को सुनिया, समझिया, ते जिहड़े गुण सन वो प्रगट हो गए। इस नूं आसा की वार अंदर पातशाह आखदे ने, बलिहारी गुरे अपने दिहाड़ी सदवार, जिन मानस ते देवते किए करतना ना की वार। गुरु मनुखा तो देवते बना दिंदा है, सतगुरु जी कावां तो हंस बना देंगे, पर उहदे वास्ते गुरु नूं समझना पैंदा है, ज्ञान नूं विचारना पैंदा है, समझना पैंदा है। पर बादशाह आखदे ने, नानक गुरु ना चित नहीं, जिहड़े गुरु नूं समझदे नहीं। मन अपने सुचेत, जिहड़े अपने मन ही मन सियाणे बने, जिहड़े कि मैनूं सब कुछ पता है, पर गुरु की मत नहीं लेंगे। छुट्टे तिल बुवाड़ जो सुंझे अंदर खेत, खेते अंदर छुट्टियां, कहो नानक सो नहा, फलियां फुलियां बपड़े भी धन विच सवा। वो तिलां दे बूटियां वांग वड्डे भी हुंदे ने, फलदे भी ने, फुलदे भी ने, पर उन्हां बूटियां विच तिल नहीं हुंदे, सवा हुंदी है। क्यों? क्योंकि गुरु नूं चेते नहीं कीता, गुरु की मत नहीं लई। साडा शरीर वधेगा भी, फुलेगा भी, पर साडे अंदर की ने अवगुण ही होणगे, विकार ही होणगे। पर हाँ जी, इस जीवन का मुल पाउणा है, इस जीवन अंदर आत्मिक आनंद रस प्राप्त करना है, तो उहदे वास्ते फिर की जे एक गुर की सिख सुनी, जदों गुरु साहब जी की सिक्ख्या नूं सुनांगे ते उदों दैवी गुण साडे अंदर प्रगट होणगे। ते जिस नूं पातशाह आखदे ने कि सबनी घटी शह वसे, शह बिन घट ना कोए, रब सारियां अंदर वस रहा है। नानक ते सुहागणी जिना गुरमुख प्रगट होए, हे नानक वो जीव स्त्री सुहागण है, जिहड़ी जीव स्त्री गुरु दे राही अपने अंदर रब नूं प्रतख कर लैंदी है, प्रगट कर लैंदी है। सो गुरु साहब किरपा करन, पढ़ी सुनी गुरबाणी दी विचार साडे सबना दे हिरदियां विच वसे। कोई भुल चुक दी खिमा, अदब सत्कार नाल आखो जी। वाहिगुरू जी का खालसा, वाहिगुरू जी की फतेह।